ਸਤਿ ਸ਼੍ਰੀ ਅਕਾਲ ਦੋਸਤੋ। ਫੇਸਬੁੱਕ YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ। ਬਹੁਤ ਬਹੁਤ ਵਧਾਈ ਆਪ ਸਭ ਨੂੰ। ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ, ਰਿਣੀ ਹਾਂ ਤੁਹਾਡੇ ਕਿ ਪਿਛਲਾ ਸਾਲ ਜੋ ਤੁਹਾਡੀ ਛਤਰ ਛਾਇਆ ਤੁਹਾਡੇ ਆਸ਼ੀਰਵਾਦ ਨਾਲ ਬਹੁਤ ਸੋਹਣਾ ਲੰਘਿਆ। ਜੋ ਸਾਡੇ ਤੋਂ ਭੁੱਲਾਂ ਹੋਈਆਂ, ਜੋ ਗਲਤੀਆਂ ਹੋਈਆਂ, ਉਹਨਾਂ ਦੀ ਹੱਥ ਜੋੜ ਕੇ ਮਾफ़ੀ। ਤੁਹਾਡੇ ਵੱਲੋਂ ਦਿੱਤੇ ਗਏ ਫੀਡਬੈਕ, ਤੁਹਾਡੇ ਵੱਲੋਂ ਦੱਸੀਆਂ ਗਈਆਂ ਸਾਡੀਆਂ ਗਲਤੀਆਂ, ਤੁਹਾਡੇ ਵੱਲੋਂ ਦਿੱਤਾ ਗਿਆ ਆਸ਼ੀਰਵਾਦ, ਅੱਜ ਅਸੀਂ ਰੈਗੂਲਰ ਰੂਟੀਨ ਦੇ ਵਿੱਚ ਯੋਗ ਹੋ ਚੁੱਕੇ ਹਾਂ ਕਿ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਸਾਡੀ ਰੋਜ਼ੀ, ਸਾਡਾ ਰੋਜ਼ਗਾਰ, ਸਾਡਾ ਜੋ ਜ਼ਿੰਦਗੀ ਨਿਰਵਾਹ ਕਰਨ ਦਾ ਇੱਕ ਜੋ ਸਰਕਲ ਆ, ਉਹ ਸਾਰਾ ਤੁਹਾਡੇ ਆਸ਼ੀਰਵਾਦ ਸਦਕਾ ਹੀ ਹੁਣ ਤੱਕ ਚੱਲ ਰਿਹਾ ਅਤੇ ਉਮੀਦ ਕਰਦੇ ਹਾਂ ਕਿ ਐਂ ਚੱਲਦਾ ਰਹੂਗਾ। ਤੁਸੀਂ ਆਪਦਾ ਆਸ਼ੀਰਵਾਦ ਸਾਡੇ 'ਤੇ ਬਣਾਈ ਰੱਖੋਗੇ ਤਾਂ ਜੋ ਅਸੀਂ ਤੁਹਾਨੂੰ ਆਪਦੀ ਜਿੰਨੀ ਕੁ ਸਾਨੂੰ ਵਾਹਿਗੁਰੂ ਨੇ ਸਮਝ ਬਖਸ਼ੀ ਆ ਉਸ ਅਨੁਸਾਰ ਆਪਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਰਹੀਏ। ਦੋਸਤੋ, ਨਵੇਂ ਸਾਲ ਦਾ ਅੱਜ ਪਹਿਲਾ ਦਿਨ ਆ ਅਤੇ ਮੈਂ ਆਪ ਸਭ ਨੂੰ ਮੁਬਾਰਕਬਾਦ ਕਹਿਣ ਦੇ ਲਈ ਲਾਈਵ ਆਇਆ, ਪਰ ਨਾਲ ਦੀ ਨਾਲ 2-3 ਸੁਨੇਹੇ ਪਲੀਜ਼ ਜ਼ਰੂਰ ਲੈ ਲਿਓ। ਇਹ ਸੁਨੇਹੇ ਆਪਾਂ ਅਵੇਅਰਨੈਸ ਨੂੰ ਲੈ ਕੇ ਅੱਜ ਆਪਾਂ ਜੋ ਗੱਲ ਕਰਨੀ ਆ, ਹਮੇਸ਼ਾ ਕਰਦਾ ਕੋਸ਼ਿਸ਼ ਰਹਿੰਦੀ ਹੈ ਕਿ ਬੋਲਦਾ ਰਵਾਂ। ਜਦੋਂ ਵੀ ਕੋਈ ਸਮਝ 'ਚ ਆਉਂਦੀ ਹੈ, ਜਦੋਂ ਵੀ ਕੋਈ ਗੱਲ ਪਕੜ 'ਚ ਆਉਂਦੀ ਆ ਤਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਜੋ ਜਿੰਨੇ ਕੁ ਵੀ ਲੋਕ ਸੁਣਨ ਸ਼ਾਇਦ ਉਹ ਅਵੇਅਰ ਹੋ ਜਾਣ, ਕਿਉਂਕਿ ਅਵੇਅਰਨੈਸ ਸਭ ਤੋਂ ਇੰਪੋਰਟੈਂਟ ਪਾਰਟ ਆ। ਦੋਸਤੋ, ਮੈਂ ਇਹ ਕਦੇ ਨਹੀਂ ਕਹਿੰਦਾ ਕਿ ਮੇਰੇ ਤੋਂ ਗਲਤੀਆਂ ਨਹੀਂ ਹੁੰਦੀਆਂ, ਮੈਂ ਇਹ ਕਦੇ ਨਹੀਂ ਕਹਿੰਦਾ ਕਿ ਮੇਰੇ ਵੀਜ਼ਾਜ਼ ਰਿਫਿਊਜ਼ ਨਹੀਂ ਹੁੰਦੇ, ਮੈਂ ਕਦੇ ਨਹੀਂ ਕਹਿੰਦਾ ਕਿ ਮੈਂ ਕੁਝ ਹੁਣ ਤੱਕ ਗਲਤ ਨਹੀਂ ਕੀਤਾ। ਗਲਤੀਆਂ ਇਨਸਾਨ ਤੋਂ ਹੁੰਦੀਆਂ ਨੇ, ਹਰੇਕ ਤੋਂ ਹੁੰਦੀਆਂ ਨੇ। ਕੰਮ ਕਰਦਿਆਂ ਲੱਖਾਂ ਭੁੱਲਾਂ ਹੋ ਸਕਦੀਆਂ ਨੇ ਸਾਡੇ ਤੋਂ, ਪਰ ਇੱਕ ਚੀਜ਼ ਦਾ ਵਾਅਦਾ 2014 ਤੋਂ ਲੈ ਕੇ 25 ਮਾਰਚ 2014 'ਚ ਮੈਂ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ ਵਾਅਦਾ ਮੈਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਦੇ ਆਪ ਨਾਲ ਕੀਤਾ ਸੀ, ਫਿਰ ਲਗਾਤਾਰ ਜੋ ਮੇਰੇ ਕਲਾਇੰਟਸ ਮੇਰੇ ਤੱਕ ਆਉਂਦੇ ਰਹੇ ਉਹਨਾਂ ਨਾਲ ਕਰਦਾ ਰਿਹਾ, ਅਤੇ ਹੁਣ ਵੀ ਉਸ ਵਾਅਦੇ 'ਤੇ ਖੜ੍ਹਾ ਕਿ ਗਲਤੀ ਹੋ ਸਕਦੀ ਆ ਪਰ ਕਦੇ ਕੋਈ ਜੁਰਮ ਨਹੀਂ ਕਰੂੰਗਾ, ਕਦੇ ਕੋਈ ਇਹੋ ਜਿਹੀ ਚੀਜ਼ ਨਹੀਂ ਹੋਊਗੀ ਕਿ ਮੈਨੂੰ ਪਤਾ ਹੋਵੇ ਕਿ ਇਹ ਪ੍ਰੋਗਰਾਮ ਜਾਂ ਇਹ ਸਿਸਟਮ ਥਰੂ ਕਿਸੇ ਦਾ ਨੁਕਸਾਨ ਹੋ ਸਕਦਾ ਅਤੇ ਮੈਂ ਉਹ ਵੀ ਕਰਾਵਾਂ। ਸੋ ਇਸ ਚੀਜ਼ ਨਾਲ ਹਜੇ ਤੱਕ ਜੁੜੇ ਹੋਏ ਹਾਂ। ਆਪਦੀ ਟੀਮ ਨੂੰ ਵੀ, ਆਪ ਵੀ ਖੁਦ ਇਸ ਪਰਟੀਕੂਲਰ ਸੋਚ ਦੇ ਉੱਤੇ ਬਰਕਰਾਰ ਰਵਾਂਗੇ ਅਤੇ ਤੁਹਾਡਾ ਆਸ਼ੀਰਵਾਦ ਦੀ ਲੋੜ ਆ ਕਿ ਅਸੀਂ ਇਹਦੇ ਉੱਤੇ ਬਰਕਰਾਰ ਰਹਿ ਸਕੀਏ। ਦੋਸਤੋ, 2020 ਆਉਣ ਵਾਲਾ ਸਮਾਂ ਕੈਨੇਡੀਅਨ ਗੌਰਮੈਂਟ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਆਧਾਰ ਬਣਾ ਕੇ ਜੋ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਪੱਕੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ, ਕੈਨੇਡੀਅਨ ਸਿਟੀਜ਼ਨ, ਜਿਨ੍ਹਾਂ ਦੇ ਮਾਂ ਪਿਓ ਇੰਡੀਆ ਨੇ, ਉੱਥੇ ਉਹ ਸੁਪਰ ਵੀਜ਼ਾ 'ਤੇ ਨੇ, ਪੱਕਾ ਕਰਾਉਣਾ ਚਾਹੁੰਦੇ ਸੀ, ਥੋੜ੍ਹੀ ਜਿਹੀ ਮੁਸ਼ਕਿਲ ਉਹਨਾਂ ਲਈ ਹੁਣ ਆਊਗੀ। ਕਾਰਨ ਕੀ ਆ ਕਿ ਜਿਹੜੀ ਐਨੂਅਲ ਇਨਕਮ ਦਾ ਜੋ ਪ੍ਰੋਸੈਸ ਆ, ਜੋ ਐਨੂਅਲ ਇਨਕਮ ਦੀ ਜੋ ਲਿਮਿਟ ਆ, ਉਹ ਵਧਾ ਦਿੱਤੀ ਗਈ ਹੈ ਕੈਨੇਡੀਅਨ ਗੌਰਮੈਂਟ ਵੱਲੋਂ। ਪਰ ਜਿਹੜੇ ਸਟੂਡੈਂਟ ਵੀਜ਼ਾ 'ਤੇ ਜਾਣ ਵਾਲੇ ਕੈਂਡੀਡੇਟ ਨੇ, ਓਪਨ ਵਰਕ ਪਰਮਿਟ 'ਤੇ ਜਾਣ ਵਾਲੇ ਕੈਂਡੀਡੇਟ ਨੇ, ਜਾਂ ਕੁਝ ਹੋਰ ਕੈਟਾਗਰੀਜ਼ ਨਵੀਆਂ ਮਈ ਤੋਂ ਬਾਅਦ ਲਾਂਚ ਹੋਣ ਦੀਆਂ, ਅਨਾਊਂਸ ਹੋਣ ਦੀਆਂ ਕੁਝ ਐਕਸਪੈਕਟੇਸ਼ਨਸ ਨੇ। ਸੋ ਦੋਸਤੋ, ਮੈਂ ਇਹ ਰਿਸ਼ੂ ਜੀ, ਆਪਾਂ ਇਸ ਵਿਸ਼ੇ ਬਾਰੇ ਬਾਅਦ 'ਚੋਂ ਮੈਂ ਤੁਹਾਨੂੰ ਸਭ ਨੂੰ, ਜੋ ਤੁਹਾਡੇ ਕੁਐਸਚਨਸ ਹੋਣਗੇ ਉਹਨਾਂ ਬਾਰੇ ਮੈਂ ਤੁਹਾਨੂੰ ਆਪ ਸਭ ਨੂੰ ਬਾਅਦ 'ਚੋਂ ਦੱਸੂੰਗਾ ਜੀ। ਮੈਂ ਸਟਿਕ ਰਹਿਣਾ ਚਾਹੁੰਦਾ ਟੌਪਿਕ ਦੇ ਨਾਲ। ਓਵਰਆਲ ਟੌਪਿਕ ਜ਼ਰੂਰ ਸੁਣੋ ਪਲੀਜ਼। ਦੋਸਤੋ, ਮੈਂ ਜਿਵੇਂ ਦੱਸਣਾ ਚਾਹੁੰਦਾ ਸੀ ਕਿ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਜਾਂ ਕੁਝ ਹੋਰ ਕੈਟਾਗਰੀਜ਼ ਨਵੀਆਂ ਅਨਾਊਂਸ ਹੋਣ ਦੀਆਂ ਜਾਂ ਕੁਝ ਅਮੈਂਡਮੈਂਟਸ ਅਨਾਊਂਸ ਹੋਣ ਦੇ ਕੁਝ ਐਕਸਪੈਕਟੇਸ਼ਨਸ ਹੋ ਸਕਦੀਆਂ ਨੇ ਮਈ ਤੋਂ ਬਾਅਦ। ਪਰ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਜਾਂ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਜਿਹੜੇ ਨਿਰਾਸ਼ ਕੈਂਡੀਡੇਟ ਸੀ ਪਿਛਲੇ ਸਾਲ ਦੌਰਾਨ, ਜੋ ਮੈਕਸੀਮਮ ਰਿਫਿਊਜ਼ਲਸ ਆਉਣ ਦਾ ਕਾਰਨ ਕੀ ਸੀ, ਮੈਂ ਇਹੀ ਦੱਸਣਾ ਚਾਹੁੰਦਾ ਕਿ ਰਿਫਿਊਜ਼ਲ ਆਉਣ ਦਾ ਸਭ ਤੋਂ ਵੱਡਾ ਕਾਰਨ ਕਿੱਥੇ ਆ। ਉਹ ਇੱਥੇ ਆ ਕਿ ਜਦੋਂ ਅਸੀਂ ਇਨਐਲੀਜੀਬਲ ਕੈਂਡੀਡੇਟਸ ਦੀ ਬਹੁਤਾਤ ਦੇ ਵਿੱਚ ਕੇਸ ਭੇਜਦੇ ਹਾਂ ਹਾਈ ਕਮਿਸ਼ਨ ਨੂੰ, ਤਾਂ ਫਿਰ ਜਿਹੜਾ ਹਾਈ ਕਮਿਸ਼ਨ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਉਹ ਸਟ੍ਰਿਕਟ ਹੋ ਜਾਂਦਾ, ਅਤੇ ਫਿਰ ਰਿਫਿਊਜ਼ਲਸ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਮੈਂ ਆਸ ਕਰਦਾ ਆਪਦੇ ਏਜੰਟ ਭਰਾਵਾਂ ਤੋਂ ਵੀ ਕਿ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਆਪਦੀ ਕੰਪਨੀ ਦੀ ਪ੍ਰਮੋਸ਼ਨ, ਪ੍ਰੋਡਕਟ ਦੀ ਪ੍ਰਮੋਸ਼ਨ ਧਿਆਨ ਦੇ ਵਿੱਚ ਰਹਿ ਕੇ, ਲਿਮਿਟ ਦੇ ਵਿੱਚ ਰਹਿ ਕੇ ਕਰਾਂਗੇ, ਕਿਉਂਕਿ ਜੋ ਹਾਲ ਹੋ ਚੁੱਕਿਆ ਹੁਣ ਤਾਂ ਸਬਜ਼ੀ ਮੰਡੀ ਵਾਲਾ ਹਾਲ ਅਸੀਂ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਕਰ ਦਿੱਤਾ ਕਿ ਬਿਨਾਂ ਸੋਚੇ ਸਮਝੇ ਕੋਈ ਵੀ ਪ੍ਰੋਡਕਟ, ਕਿਸੇ ਵੀ ਤਰੀਕੇ ਦਾ ਪ੍ਰੋਡਕਟ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਚ ਰਹੇ ਹਾਂ। ਸੋ ਇਹਦੇ ਉੱਤੇ ਅਸੀਂ ਰੋ ਕੇ ਫੇਰ ਹੀ ਲੱਗ ਸਕਦੀ ਹੈ। ਜਿਹੜੇ ਮੇਰੇ ਕਲਾਇੰਟ ਵੀਰ ਨੇ ਜੇ ਉਹ ਇਸ ਚੀਜ਼ ਨੂੰ ਧਿਆਨ 'ਚ ਰੱਖਣਗੇ ਕਿ ਜਦੋਂ ਵੀ ਕਿਸੇ ਇਮੀਗ੍ਰੇਸ਼ਨ ਏਜੰਟ, ਸਟੂਡੈਂਟ ਵੀਜ਼ਾ ਏਜੰਟ ਕੋਲੇ ਜਾਣਾ ਆ ਤਾਂ ਤੁਸੀਂ ਅਵੇਅਰ ਹੋ ਕੇ ਜਾਣਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ CIC ਦੇ ਰੂਲ ਕੀ ਨੇ। ਸਭ ਤੋਂ ਵੱਡੀ, ਜੇ ਤੁਸੀਂ ਕੈਨੇਡੀਅਨ ਗੌਰਮੈਂਟ ਦੇ ਰੂਲਸ ਪੜ੍ਹ ਰਹੇ ਹੋ, ਕਿਉਂਕਿ ਰੂਲਸ ਉਹਨਾਂ ਨੇ ਬਣਾਉਣੇ ਨੇ ਅਤੇ ਅਸੀਂ ਤਾਂ ਉਹਨਾਂ ਰੂਲਸ ਨੂੰ ਫੋਲੋ ਕਰਦੇ ਹੋਏ ਤੁਹਾਡੇ ਕੇਸ ਦੀ ਪ੍ਰੈਜੈਂਟੇਸ਼ਨ ਰੈਡੀ ਕਰਕੇ ਹਾਈ ਕਮਿਸ਼ਨ ਨੂੰ ਭੇਜਣੀ ਆ। ਸੋ ਉਹਨਾਂ ਦੇ ਰੂਲਸ ਪੜ੍ਹੋ। ਮੈਂ ਕੀ ਬੋਲ ਰਿਹਾ ਜਾਂ ਕੋਈ ਹੋਰ ਕੀ ਦੱਸ ਰਿਹਾ ਉਹਦੇ 'ਤੇ
100% ਭਰੋਸਾ ਕਰਨ ਦੀ ਲੋੜ ਨਹੀਂ। CIC ਤੇ ਭਰੋਸਾ ਰੱਖੋ, ਉਹਨੂੰ ਪੜ੍ਹੋ, ਉੱਥੋਂ ਅਵੇਅਰ ਹੋਵੋ। ਜਿਵੇਂ ਹੁਣ ਮੈਂ ਗੱਲ ਕਰਨੀ ਚਾਹੁੰਦਾ ਕਿ ਅਕਸਰ ਹੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਜਿਹੜੇ ਕੇਸ ਰਿਫਿਊਜ਼ ਹੋ ਚੁੱਕੇ ਨੇ ਉਹ ਸਾਡੇ ਕੋਲ ਆ ਜਾਓ, ਅਸੀਂ ਤੁਹਾਡੇ ਵੀਜ਼ੇ ਲਵਾ ਦਿਆਂਗੇ। ਦੇਖੋ ਇਹ ਸਭ ਗੱਲਾਂ ਨੇ। ਇੱਕ ਮੈਂ ਸੋਸ਼ਲ ਮੀਡੀਆ ਰਾਹੀਂ ਬਾਰ-ਬਾਰ ਇਹ ਚੀਜ਼ ਬੋਲ ਕੇ ਦੱਸਦਾ ਤੁਹਾਨੂੰ, ਅੱਜ ਫੇਰ ਦੱਸਣ ਲੱਗਿਆ ਕਿ ਇੱਕ ਏਜੰਟ ਦਾ ਵੀਜ਼ਾ ਜਾਂ ਰਿਫਿਊਜ਼ਲ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਇੱਕ ਸਾਡੇ ਜੂਰੀਡਿਕਸ਼ਨ ਦੇ ਵਿੱਚ ਇਹ ਚੀਜ਼ ਆਉਂਦੀ ਹੀ ਨਹੀਂ। ਅਸੀਂ ਪੋਜ਼ਿਟਿਵਲੀ ਚੰਗੀ ਸੋਚ ਰੱਖ ਕੇ, ਵੀਜ਼ਾ ਦੀ ਸੋਚ ਰੱਖ ਕੇ ਪ੍ਰੈਜੈਂਟੇਸ਼ਨ ਕੇਸ ਦੀ ਰੈਡੀ ਕਰਨੀ ਆ ਐਜ਼ ਪਰ ਦਾ ਨੋਰਮਸ ਆਫ CIC। ਅੱਗੇ ਜਿਹੜਾ ਵੀਜ਼ਾ ਰਿਫਿਊਜ਼ਲ ਇਹ ਸਾਰੀ ਜਿਹੜੀ ਇਹ ਪਾਵਰ ਆ, ਇਹ ਜਿਹੜੇ ਰਾਈਟਸ ਆ, ਇਹ ਸਾਰੇ ਵੀਜ਼ਾ ਆਫਿਸਰ ਕੋਲੇ, CIC ਕੋਲੇ ਨੇ। ਇਹ ਸਾਡਾ ਸੰਬੰਧ ਸਿਰਫ ਉੱਥੇ ਤੱਕ ਹੀ ਹੈ ਕਿ ਜਿੰਨਾ ਚਿਰ ਫਾਈਲ ਤੁਹਾਡੀ VFS ਤੱਕ ਨਹੀਂ ਪਹੁੰਚਦੀ ਜਾਂ ਅਸੀਂ ਆਨਲਾਈਨ ਪੰਚ ਨਹੀਂ ਕਰਦੇ। ਸੋ ਦੋਸਤੋ ਇਸ ਚੀਜ਼ ਨੂੰ ਹਮੇਸ਼ਾ ਧਿਆਨ 'ਚ ਰੱਖਣਾ ਹੈ ਕਿ ਜਿਹੜੇ +2 ਕਰਨ ਵਾਲੇ ਕੈਂਡੀਡੇਟ ਨੇ, ਜਿਹੜੇ +2 ਦੇ ਵਿੱਚੋਂ ਹੁਣ ਪਾਸ ਜਿਨ੍ਹਾਂ ਨੇ ਕਰਨੀ ਆ ਮਾਰਚ ਦੇ ਵਿੱਚ, ਤੁਸੀਂ ਪਲੀਜ਼ ਜਿਹੜੇ ਅਸੀਂ ਨਾ ਜਦੋਂ ਸਾਡੇ ਵੀਜ਼ਾ ਆਉਂਦੇ ਆ, ਕੁਝ ਵੀਜ਼ਾਜ਼ ਆ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੋਡਿਊਲ 'ਚੋਂ 5.5 ਅਸੀਂ ਉਹ ਸਾਡੇ ਜਿਹੜੇ ਏਜੰਟ ਵੀਰ ਆ ਸਾਰੇ ਹੀ ਉਹ ਆਪਾਂ ਪਰਟੀਕੂਲਰਲੀ ਉਸ ਚੀਜ਼ ਨੂੰ ਹਾਈਲਾਈਟ ਕਰਕੇ ਪ੍ਰਮੋਟ ਕਰਦੇ ਆ ਕਿ 5.5 ਬੈਂਡ ਇੱਕ ਮੋਡਿਊਲ 'ਚੋਂ ਸੀ, ਮੈਂ ਵੀਜ਼ਾ ਲਵਾਤਾ। ਦੋਸਤੋ ਸਾਰਿਆਂ ਦੇ ਵੀਜ਼ਾਜ਼ ਆਉਂਦੇ ਨੇ, ਸਾਰਿਆਂ ਦੀਆਂ ਰਿਫਿਊਜ਼ਲਸ ਵੀ ਆਉਂਦੀਆਂ ਨੇ, ਪਰ ਇੱਕ ਓਵਰਆਲ ਇੰਪੈਕਟ ਵੀ ਅਸੀਂ ਦੇਖਣਾ ਹੁੰਦਾ ਕਿ ਸਾਡੇ ਸਟੂਡੈਂਟ ਵੀਰ ਆ, ਜਿਹੜੇ ਸਾਡੇ ਬੱਚੇ ਪੜ੍ਹਨ ਵਾਲੇ ਆ, ਉਹਨਾਂ 'ਤੇ ਅਸੀਂ ਕੀ ਇੰਪੈਕਟ ਛੱਡ ਰਹੇ ਹਾਂ। ਤੁਸੀਂ ਉਹਨਾਂ ਨੂੰ SDS ਦੇ ਰੂਲਸ ਨੋਰਮਸ ਫੋਲੋ ਕਰਨ ਦਿਓ, ਉਹਨਾਂ ਨੂੰ ਦੱਸੋ ਕਿ 6 in each ਦੀ ਰਿਕੁਆਇਰਮੈਂਟ ਆ, 6 in each ਲਈ ਪੜ੍ਹੋ ਐਂਡ 6 in each ਹੀ ਲੈ ਕੇ ਆਓ। ਪਰਸੈਂਟੇਜ ਤੁਹਾਡੀ 65% ਤੋਂ ਅਬਵ ਹੋਣੀ ਚਾਹੀਦੀ ਹੈ, ਜਿਹੜੇ ਖਾਸ ਕਰਕੇ ਜਿਹੜੇ ਤੁਹਾਡੇ ਮੇਨ ਮੇਜਰ ਜਿਹੜੇ ਤੁਹਾਡੇ ਸਬਜੈਕਟਸ ਨੇ। ਮੰਨ ਲਓ ਤੁਸੀਂ PCM ਨੋਨ ਮੈਡੀਕਲ ਪੜ੍ਹ ਰਹੇ ਹੋ ਤਾਂ PCM ਤੁਹਾਡੇ ਮੇਜਰ ਨੇ। ਜੇ ਤੁਸੀਂ ਬਾਇਓ ਰੱਖੀ ਹੋਈ ਹੈ ਤਾਂ ਤੁਹਾਡੇ ਫਿਜ਼ਿਕਸ ਕੈਮਿਸਟਰੀ ਬਾਇਓ ਤੁਹਾਡੇ ਮੇਜਰ ਸਬਜੈਕਟਸ ਨੇ, ਕੋਰ ਸਬਜੈਕਟਸ ਨੇ। ਇਹਨਾਂ ਦੇ ਉੱਤੇ ਫੋਕਸਡ ਹੋ ਕੇ ਪੜ੍ਹੋ। ਜਿਨ੍ਹਾਂ ਨੇ ਹੁਣ 12ਵੀਂ ਦੇ ਐਗਜ਼ਾਮਸ ਦੇਣੇ ਨੇ, ਕਲੀਅਰ ਕਰਨੇ ਆ, ਉਸ ਤੋਂ ਬਾਅਦ ਉਹਨਾਂ ਦਾ ਸੁਪਨਾ ਕੈਨੇਡਾ ਜਾਣਾ ਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ। ਸੋ ਹਮੇਸ਼ਾ ਰੂਲਸ ਐਂਡ ਰੈਗੂਲੇਸ਼ਨਸ ਨੂੰ ਘਰੇ ਬੈਠ ਕੇ ਪੜ੍ਹੋ। ਜਿਹੜਾ ਸੋਸ਼ਲ ਮੀਡੀਆ ਤੁਸੀਂ ਹਰ ਵਕਤ ਚਲਾਉਂਦੇ ਹੋ, ਥੋੜ੍ਹਾ ਟਾਈਮ ਲਈ TikTok, Instagram, Facebook ਨੂੰ ਸਾਈਡ 'ਤੇ ਰੱਖ ਕੇ ਗੂਗਲ 'ਤੇ CIC ਸਰਚ ਮਾਰ ਕੇ ਗੂਗਲ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਪੜ੍ਹ ਕੇ ਫਿਰ ਕਿਸੇ ਏਜੰਟ ਕੋਲੇ ਜਾਓ ਤਾਂ ਜੋ ਤੁਹਾਨੂੰ ਕੋਈ ਗੁੰਮਰਾਹ ਨਾ ਕਰ ਸਕੇ। ਸੋ ਦੋਸਤੋ ਉਮੀਦ ਕਰਦਾ ਕਿ ਇਹ ਆਉਣ ਵਾਲਾ ਸਾਲ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ, ਸਿਹਤ ਤੁਹਾਡੀ ਚੰਗੀ ਸਿਹਤ ਬਖਸ਼ੂ ਮਹਾਰਾਜ ਤੁਹਾਨੂੰ ਇਸ ਸਾਲ ਦੇ ਵਿੱਚ। ਤੁਹਾਡੇ ਜਿਹੜੇ ਤੁਹਾਡੇ ਸੁਪਨੇ ਸੰਜੋਏ ਹੋਏ ਨੇ ਮਹਾਰਾਜ ਬਲ ਬਖਸ਼ੂਗੇ, ਤੁਸੀਂ ਉਹ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਤੁਸੀਂ ਦਿਨ ਰਾਤ ਮਿਹਨਤ ਕਰ ਸਕੋ। ਇੰਨਾ ਕਹਿੰਦਾ ਹਾਂ ਮੈਂ ਖਿਮਾ ਦਾ ਜਾ ਚੱਕਾਂ ਮੇਰੀ ਸਾਰੀ ਟੀਮ ਵੱਲੋਂ। ਫੇਰ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ। ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ। ਧੰਨਵਾਦ।